असलामुअलैकुम की हाल है सारिਆਂ ਦਾ ठीक ठाक हो सेहत ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਮੁਸੀਬਤ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਟਾਈਮ ਇਨਸਾਨ ਤੇ ਆ ਜਾਏ। ਬੱਚੇ ਭਾਵੇਂ ਪਾਕਿਸਤਾਨ ਹੋਣ ਭਾਵੇਂ ਯੂਰਪ ਹੋਣ, ਹਰ ਜਗ੍ਹਾ ਤੇ ਮਾਂ-ਬਾਪ ਨੂੰ ਅਜ਼ੀਜ਼ ਹੁੰਦੇ ਨੇ, ਲੇਕਿਨ ਪਾਕਿਸਤਾਨ 'ਚ ਇਹ ਹੈ ਕਿ ਅਗਰ ਬੱਚਾ ਕੋਈ ਛੋਟੀ-ਮੋਟੀ ਗਲਤੀ ਕਰੇ ਤੇ ਮਾਂ-ਬਾਪ ਨੂੰ ਹੱਥ ਲਾ ਸਕਦੇ ਨੇ, ਲੇਕਿਨ ਯੂਰਪ 'ਚ ਜਿਹੜਾ ਤੁਸੀਂ ਅਗਰ ਬੱਚੇ ਨੂੰ ਹੱਥ ਲੈਂਦੇ ਹੋ ਤੇ ਤੁਹਾਡਾ ਬੱਚਾ ਵੀ ਲੈ ਕੇ ਜਾ ਸਕਦੇ ਨੇ। ਨਾਲੇ ਮਾਂ-ਬਾਪ ਇਸ ਵਾਸਤੇ ਵੀ ਨਹੀਂ ਕਰਦੇ ਕਿਉਂਕਿ ਬੱਚਾ ਸਾਡੇ ਨਾਲ ਲੱਗਾ ਰਵੇ, ਯੂਰਪ ਦਾ ਮਾਹੌਲ ਨਾ ਅਪਣਾਏ। ਆਂਟੀ ਕਹਿੰਦੀ ਹੈ ਕਿ ਸਾਨੂੰ 17 ਸਾਲ ਹੋ ਗਏ ਸੀ, ਅਸੀਂ ਪਾਕਿਸਤਾਨ ਨਹੀਂ ਸੀ ਗਏ। ਇਸ ਵਜ੍ਹਾ ਤੋਂ ਨਹੀਂ ਸੀ ਕਿ ਮੇਰਾ ਜਿਹੜਾ ਵੱਡਾ ਭਾਈ ਹੈ ਉਹ ਕਤਲ ਦੇ ਕੇਸ 'ਚ ਪਾਕਿਸਤਾਨ ਫਸਿਆ ਸੀ, ਉਹਦੇ ਬੜੇ ਪੈਸੇ ਦੇ ਕੇ ਤੇ ਉਹਨੂੰ ਅਸਾਂ ਬਾਹਰ ਲੈ ਆਂਦਾ ਸੀ। ਲੇਕਿਨ ਜਿਨ੍ਹਾਂ ਦਾ ਬੰਦਾ ਕਤਲ ਹੋਇਆ ਸੀ ਉਹ ਕਹਿੰਦੇ ਨੇ ਜੀ ਅਸਾਂ ਇਹਨੂੰ ਮਾਰਨਾ ਜਾਂ ਇਹਦੇ ਕਿਸੇ ਰਿਸ਼ਤੇਦਾਰ ਨੂੰ ਅਸੀਂ ਮਾਰਾਂਗੇ, ਅਸੀਂ ਜੀ ਸਾਨੂੰ ਠੰਡ ਨਹੀਂ ਪੈਣੀ। ਕਹਿੰਦੇ ਇਸ ਵਜ੍ਹਾ ਤੋਂ ਅਸੀਂ ਡਰਦੇ ਨਹੀਂ ਸੀ ਜਾਂਦੇ। ਮੇਰੀ ਅੰਮੀ ਕਹਿੰਦੇ ਨੇ ਬਹੁਤ ਜ਼ਿੱਦ ਕੀਤੀ ਕਿ ਤੇਰੀ ਛੋਟੀ ਭੈਣ ਦੀ ਸ਼ਾਦੀ ਹੈ ਤੇ ਤੂੰ ਲਾਜ਼ਮੀ ਆ। ਕਹਿੰਦੇ ਠੀਕ ਹੈ ਅੰਮੀ ਮੈਂ ਆ ਜਾਵਾਂਗੀ, ਲੇਕਿਨ ਮੈਂ ਆਪਣੇ ਮੁੰਡੇ ਨੂੰ ਨਹੀਂ ਲੈ ਕੇ ਆਉਣਾ। ਉਹਨਾਂ ਆਖਿਆ ਬੇਟਾ ਇਹਨੂੰ ਨਾਲ ਲੈ ਕੇ ਆ, ਕੁਝ ਨਹੀਂ ਹੁੰਦਾ, ਇਹ ਘਰ 'ਚ ਰਹੇਗਾ। ਉਹਨੇ ਆਖਿਆ ਅੰਮੀ ਨਹੀਂ ਤੁਹਾਨੂੰ ਪਤਾ ਜੇ ਕੋਈ ਮਸਲਾ ਬਣ ਗਿਆ। ਉਹਨਾਂ ਆਖਿਆ ਬੇਟਾ ਕੋਈ ਮਸਲਾ ਨਹੀਂ ਬਣਦਾ, ਤੂੰ ਇਹਨੂੰ ਲੈ ਕੇ ਆ। ਕਹਿੰਦੇ ਮੈਂ ਅੰਮੀ ਦੀ ਗੱਲ ਸੁਣ ਕੇ ਤੇ ਆਪਣੇ ਬੇਟੇ ਨੂੰ ਵੀ ਨਾਲ ਪਾਕਿਸਤਾਨ ਲੈ ਗਈ। ਅੱਗੇ ਗਈ ਤਾਂ ਸ਼ਾਦੀਆਂ ਦੀਆਂ ਤਿਆਰੀਆਂ ਧੂਮ ਧਾਮ ਨਾਲ ਹੋ ਰਹੀਆਂ ਸੀ। ਕਹਿੰਦੇ ਮੈਂ ਵੀ ਸ਼ਾਦੀਆਂ 'ਚ ਮਸਰੂਫ ਹੋ ਗਈ ਤੇ ਮੈਂ ਆਪਣੇ ਬੇਟੇ ਨੂੰ ਇਹ ਆਖਿਆ ਕਿ ਬੇਟਾ ਤੂੰ ਘਰ 'ਚ ਰਹਿਣਾ, ਬਾਹਰ ਨਹੀਂ ਜਾਣਾ, ਜੋ ਚੀਜ਼ ਤੈਨੂੰ ਚਾਹੀਦੀ ਹੈ ਘਰ 'ਚ ਲੱਭੇਗੀ, ਆਪਣੇ ਕਜ਼ਨ ਤੇਰੇ ਸਾਰੇ ਇੱਥੇ ਆ ਜਾਣਗੇ, ਤੂੰ ਬਾਹਰ ਨਹੀਂ ਜਾਣਾ। ਉਹਨੇ ਆਖਿਆ ਠੀਕ ਹੈ ਅੰਮੀ ਮੈਂ ਬਾਹਰ ਨਹੀਂ ਚੱਲਾ। ਕਹਿੰਦੇ 2-3 ਦਿਨ ਤੇ ਉਹ ਘਰ ਵਿੱਚ ਹੀ ਰਿਹਾ। ਕਹਿੰਦੇ ਜਦੋਂ ਮਹਿੰਦੀ ਸੀ, ਮਹਿੰਦੀ ਵਾਲੇ ਦਿਨ ਅਸੀਂ ਜ਼ਿਆਦਾ ਮਸਰੂਫ ਸਾਂ, ਜਿਸੇ ਮੈਂ ਵਾਪਸ ਆਈ ਤਾਂ ਕਿਹਾ ਤੇ ਮੇਰਾ ਮੁੰਡਾ ਘਰ ਕੋ ਨਾ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਕਿੱਧਰ ਗਿਆ? ਕਹਿੰਦੇ ਆਪਣੇ ਕਜ਼ਨ ਨਾਲ ਬਾਜ਼ਾਰ ਤੱਕ ਗਿਆ ਤੇ ਆ ਜਾਂਦਾ। ਕਹਿੰਦਾ ਮੈਨੂੰ ਫਿਕਰ ਲੱਗੀ, ਮੈਂ ਉਸੇ ਟਾਈਮ ਫੋਨ ਮਾਰਿਆ ਤੂੰ ਕਿੱਥੇ ਹੈ? ਕਹਿੰਦਾ ਅੰਮੀ ਮੈਂ ਕਜ਼ਨ ਨਾਲ ਹੀ ਹਾਂ ਤੇ ਬਸ ਅਸੀਂ ਆਵਣ ਲਿਆ। ਕਹਿੰਦਾ 3-4 ਘੰਟੇ ਗੁਜ਼ਰ ਕੇ ਕੋ ਨਾ ਆਇਆ, ਫਿਰ ਮੈਂ ਫੋਨ ਕੀਤਾ। ਕਹਿੰਦਾ ਅੰਮੀ ਬਸ ਘਰ ਕੋਲ ਪਹੁੰਚਣ ਵਾਲੇ ਅਸੀਂ ਆ ਗਏ ਹਾਂ। ਕਹਿੰਦੇ ਉਹ ਘਰ ਆਇਆ ਤੇ ਮੇਰੇ ਦਿਲ ਨੂੰ ਠੰਡ ਪਈ ਕਿ ਘਰ ਪਹੁੰਚ ਆਇਆ। ਕਹਿੰਦਾ ਮਹਿੰਦੀ 'ਚ ਫਿਰ ਅਸੀਂ ਮਸਰੂਫ ਹੋ ਗਏ, ਮੈਂ ਨਹੀਂ ਪੁੱਛਿਆ ਤੁਸੀਂ ਕਿੱਧਰ ਗਏ ਸੋ ਕਿੱਧਰ ਨਹੀਂ। ਕਹਿੰਦਾ ਅਗੂ ਰਾਤ ਗੁਜ਼ਰ ਗਈ, ਸੁਬਾਹ ਜਿਸੇ ਸ਼ਾਦੀ ਦੀ ਤਿਆਰੀਆਂ ਕਰਨ ਲੱਗੇ ਸਾਂ ਅਚਾਨਕ 6-7 ਪੁਲਿਸ ਵਾਲੇ ਆ ਗਏ। ਉਹਨਾਂ ਆ ਕੇ ਪੁੱਛਿਆ ਜੀ ਫਲਾਣੇ ਨਾਂ ਦਾ ਕਿਹੜਾ ਬੰਦਾ? ਉਹਨਾਂ ਆਖਿਆ ਜੀ ਇਹ। ਕਹਿੰਦਾ ਸਿੱਧਾ ਆ ਕੇ ਪਹਿਲਾਂ ਮੇਰੇ ਬੇਟੇ ਨੂੰ ਹੱਥ ਪਾਈ ਉਹਨੇ ਤੇ ਕਹਿੰਦੇ ਨਾਲ ਹੀ ਕਹਿੰਦਾ ਦੂਸਰਾ ਕਿਹੜਾ ਫਲਾਣੇ ਨਾਂ ਦਾ? ਕਹਿੰਦਾ ਜੀ ਇਹ। ਕਹਿੰਦਾ ਉਹਨੂੰ ਫੜਿਆ, ਦੋਵਾਂ ਨੂੰ ਫੜ ਕੇ ਕਹਿੰਦਾ ਚੰਡਾ ਮਾਰਨ ਲੱਗ ਪਏ ਤੇ ਮੈਂ ਪੁੱਛਿਆ ਕੀ ਗੱਲ ਹੈ? ਕਹਿੰਦਾ ਮੇਰੇ ਤੇ ਕਲੇਜੇ ਨੂੰ ਹੱਥ ਪੈ ਗਿਆ, ਮੇਰਾ ਤੇ ਬੇਟਾ ਐਡਾ ਲਾਡਲਾ ਸੀ, ਮੈਂ ਤੇ ਕਦੇ ਉਹਦੇ ਹੱਥ ਵੀ ਨਹੀਂ ਸੀ ਮੈਲੇ ਹੋਣ ਦਿੱਤੇ, ਇੰਨਾ ਮੈਨੂੰ ਲਾਡਲਾ ਸੀ ਮੇਰਾ ਬੇਟਾ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਕੀ ਕਰਦੇ ਹੋ, ਤੁਹਾਨੂੰ ਕੋਈ ਗਲਤਫਹਿਮੀ ਹੋਈ ਆ? ਕਹਿੰਦਾ ਗਲਤਫਹਿਮੀ ਨਹੀਂ ਹੋਈ, ਇਹਨਾਂ ਦੋਵਾਂ ਬੱਚਿਆਂ ਨੂੰ ਦੇਖਿਆ ਗਿਆ, ਇਹਨਾਂ ਕਤਲ ਦੇ ਕੇਸ 'ਚ ਨੇ। ਕਹਿੰਦੇ ਕਤਲ ਮੇਰਾ ਬੇਟਾ ਕਿਸ ਤਰ੍ਹਾਂ ਕਰ ਸਕਦਾ, ਇੱਥੇ ਕਿਸੇ ਨੂੰ ਜਾਣਦੇ ਹੀ ਨਹੀਂ। ਉਹਨਾਂ ਆਖਿਆ ਬੀਬੀ ਜਾਣਦੇ ਸਾਰੇ ਨੇ, ਇੱਕ ਵਾਰੀ ਸਾਨੂੰ ਤਫਤੀਸ਼ ਕਰ ਲੈਂਦੇ ਫਿਰ ਤੁਹਾਨੂੰ ਦੱਸਾਂਗੇ। ਕਹਿੰਦਾ ਅਸੀਂ ਰੋਕਦੇ ਰਹੇ, ਮੈਂ ਉਹਨਾਂ ਦੇ ਪੈਰੀ ਉਹਨਾਂ ਨੇ ਗੱਲ ਨਹੀਂ ਸੁਣੀ। ਉਹਨਾਂ ਜ਼ਬਰਦਸਤੀ ਮੇਰੇ ਮੁੰਡੇ ਨੂੰ ਫੜਿਆ, ਉਹਦੇ ਕਜ਼ਨ ਨੂੰ ਫੜਿਆ, ਲੈ ਕੇ ਥਾਣੇ ਟੁਰ ਗਏ। ਕਹਿੰਦੇ ਅਸੀਂ ਥਾਣੇ ਮਗਰ ਨਾਲ 2-4 ਜਣੇ ਵੀ ਜਾ ਕੇ ਗੱਲ ਕਰਨ ਸਾਰ ਗੱਲ ਸੁਣੋ। ਕਹਿੰਦੇ ਉਹ ਗੱਲ ਸੁਣਨ ਚਾਹਵਣੀ ਨਾ। ਕਹਿੰਦੇ ਮੁੰਡਿਆਂ ਨੂੰ ਲੈ ਕੇ ਅਸੀਂ ਬਾਹਰ ਥਾਣੇ 'ਚ ਬੈਠੇ ਰਹੇ, ਰੋਲਾ ਪਾਇਆ, ਉਹਨਾਂ ਕੋਈ ਗੱਲ ਨਾ ਸੁਣੀ। ਕਹਿੰਦੇ 2 ਦਿਨ ਬਾਅਦ ਜਿਸ ਵੇਲੇ ਆਉਂਦੇ ਨੇ ਜੀ ਆਪਣੇ ਬੇਟੇ ਨੂੰ ਮਿਲ ਸਕਦੇ ਹੋ। ਕਹਿੰਦੇ ਜਿਸ ਅਸੀਂ ਮਿਲਣ ਗਏ ਆ ਤੇ ਕਹਿੰਦੇ ਮੈਂ ਆਪਣੇ ਬੇਟੇ ਨੂੰ ਪੁੱਛਿਆ, ਕਹਿੰਦੇ ਜੀ ਤੇਰੇ ਬੇਟੇ ਨੇ ਜਿਹੜਾ ਕਬੂਲ ਕਰ ਲਿਆ ਕਤਲ। ਕਹਿੰਦੇ ਮੇਰੇ ਬੇਟੇ ਨੇ ਕਿੱਥੋਂ ਕਰਨਾ, ਉਹਦੀ ਇੱਥੇ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ। ਉਹਨਾਂ ਆਖਿਆ ਦੁਸ਼ਮਣੀ ਨਹੀਂ ਆ, ਆਪੂ ਪੁੱਛ ਲਓ। ਉਹਨਾਂ ਜਿਸੇ ਪੁੱਛਿਆ ਉਹਨੇ ਆਖਿਆ ਆਹੋ ਮੈਂ ਹੀ ਅੰਮੀ ਕਤਲ ਕੀਤੇ ਆ। ਕਹਿੰਦੇ ਮੈਂ ਤਾਂ ਹੱਕੀ ਪੱਕੀ ਰਹੀ। ਕਹਿੰਦੇ ਮੈਂ ਕਿਹਾ ਤੁਸੀਂ ਮੇਰੇ ਮੁੰਡੇ ਨੂੰ ਮਾਰਿਆ ਬਹੁਤ, ਇਸ ਵਜ੍ਹਾ ਤੁਸੀਂ ਮਨਵਾਇਆ। ਕਹਿੰਦੇ ਕੋਈ ਜਿਹੜਾ ਦੂਸਰਾ ਕਜ਼ਨ ਆ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਬੇਟਾ ਤੂੰ ਦੱਸ। ਕਹਿੰਦਾ ਨਹੀਂ ਆਂਟੀ ਅਸੀਂ ਕਤਲ ਨਹੀਂ ਕੀਤੇ ਆ। ਕਹਿੰਦੇ ਤੇ ਫਿਰ ਤੁਹਾਨੂੰ ਕਿਸ ਤਰ੍ਹਾਂ ਫੜ ਲਿਆ ਨੇ? ਕਹਿੰਦੇ ਨੇ ਇਸ ਤਰ੍ਹਾਂ ਗਏ ਅਸੀਂ ਉੱਥੇ, ਮੈਂ ਆਪਣੇ ਦੋਸਤ ਨੂੰ ਬੁਲਾਇਆ, ਦੋਸਤ ਨੂੰ ਨਾਲ ਲੈ ਕੇ ਉੱਥੇ ਮੋਟਰਸਾਈਕਲ ਖਿਲਾਏ ਨੇ ਤੇ ਉਹਦੀ ਇੱਕ ਦੋਸਤ ਦੀ ਹਵੇਲੀ ਹੈ, ਉੱਥੇ ਬੈਠੇ ਆ ਥੋੜ੍ਹੀ ਦੇਰ। ਅੱਗੋਂ ਤੁਹਾਡਾ ਫੋਨ ਆ ਗਿਆ, ਤੁਸੀਂ ਆਖਿਆ ਘਰ ਆਵੋ ਤੇ ਅਸੀਂ ਉੱਥੋਂ ਨਿਕਲ ਆਇਆ ਤੇ ਮੇਰਾ ਦੋਸਤ ਉੱਥੇ ਬੈਠਾ ਰਿਹਾ। ਮੈਂ ਆਖਿਆ ਅਸੀਂ ਚੱਲੇ ਹਾਂ ਤੇ ਕਹਿੰਦਾ ਅਸੀਂ ਨਿਕਲ ਆਇਆ, ਸਾਨੂੰ ਨਹੀਂ ਪਤਾ ਪਿੱਛੋਂ ਕੀ ਹੋਇਆ ਕੀ ਨਹੀਂ। ਕਹਿੰਦੇ ਇਹ ਗੱਲ ਹੋਈ ਹੈ। ਉਹਨਾਂ ਆਖਿਆ ਜੀ ਇਹ ਗੱਲ ਪੇ ਬੱਚੇ ਦਾ। ਉਹਨੇ ਆਖਿਆ ਨਾ ਅਸੀਂ ਪਰਸੋਂ ਇਹਨਾਂ ਨੂੰ ਅਦਾਲਤ ਪੇਸ਼ ਕਰਨਾ ਹੈ ਤੇ ਸਾਰੀ ਗੱਲ ਸਾਹਮਣੇ ਆ ਜਾਏਗੀ। ਕਹਿੰਦਾ ਅਸਾਂ ਢੇਰ ਮਿੰਨਤਾਂ ਕੀਤੀਆਂ, ਸਰ ਲੈ ਦੇ ਕੇ ਛੱਡ ਦਿਓ। ਉਹਨਾਂ ਆਖਿਆ ਜੀ ਅਸੀਂ ਕੁਝ ਨਹੀਂ ਕਰ ਸਕਦੇ, ਕਤਲ ਦਾ ਕੇਸ ਹੈ। ਕਹਿੰਦੇ ਉਹ ਸਾਨੂੰ ਉੱਥੋਂ ਕੱਢ ਦਿੱਤੀ ਉਹਨੇ। ਕਹਿੰਦਾ ਦੂਜੇ ਦਿਨ ਸੁਬਾਹ ਸੁਨੇਹਾ ਆਇਆ ਕਿ 1.5 ਕਰੋੜ ਰੁਪਈਆ ਦਿਓ ਤੇ ਤੁਹਾਡੇ ਦੋਵੇਂ ਬੱਚੇ ਛੱਡ ਦਿਆਂਗੇ। ਕਹਿੰਦੇ ਅਸੀਂ ਕਿੱਥੋਂ ਦਈਏ ਪੈਸੇ? ਕਹਿੰਦੇ ਨਾ ਜਿਹੜਾ ਕਜ਼ਨ ਹੈ ਉਹ ਹੈ ਨੇਰੇ ਗਰੀਬ ਹੈ। ਕਹਿੰਦੇ ਕਿੱਥੋਂ ਪੈਸੇ ਦਈਏ? ਉਹਨਾਂ ਆਖਿਆ ਜਿੱਥੋਂ ਮਰਜ਼ੀ ਕਰੋ, ਨਹੀਂ ਤਾਂ ਅਸੀਂ ਅਦਾਲਤ ਪੇਸ਼ ਕਰ ਦਿੱਤਾ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕਹਿੰਦੇ ਮੈਂ ਮਕਾਨ ਬਣਾਇਆ ਸੀ ਉੱਥੇ 1.5 ਕਰੋੜ ਰੁਪਈਏ ਦਾ, ਉਹ ਵੇਚ ਕੇ ਤੇ ਮੈਂ ਉਹਨਾਂ ਨੂੰ ਪੈਸੇ ਦਿੱਤੇ ਤੇ ਉਹਨਾਂ ਫਿਰ ਸਾਡੇ ਬੱਚੇ ਛੱਡੇ। ਕਹਿੰਦੇ ਮੈਂ ਕਿਹਾ ਫਟਵਾ ਟਿਕਟਾਂ ਕਰਾਈਏ ਤੇ ਵਾਪਸ ਜਾਈਏ, ਮੈਂ ਨਹੀਂ ਹੁਣ ਆਪਣੇ ਬੱਚੇ ਨੂੰ ਇੱਥੇ ਮਜ਼ੀਦ ਪਾਕਿਸਤਾਨ ਰੱਖਣਾ। ਕਹਿੰਦਾ ਕਿਸੇ ਬੰਦੇ ਨਾਲ ਗੱਲ ਕੀਤੀ, ਉਹਨਾਂ ਆਖਿਆ ਤੁਸੀਂ ਇੱਕ ਵਾਰੀ ਆਪਣੀ ਅੰਬੈਸੀ ਨਾਲ ਤੇ ਗੱਲ ਕਰੋ, ਤੁਹਾਡੇ ਕੋਲ ਯੂਰਪ ਦੇ ਪਾਸਪੋਰਟ ਨੇ, ਤੁਹਾਡੀ ਉਹ ਮਦਦ ਜ਼ਰੂਰ ਕਰਨਗੇ। ਕਹਿੰਦੇ ਅਸੀਂ ਜਾ ਕੇ ਅੰਬੈਸੀ ਵਾਲਿਆਂ ਨਾਲ ਗੱਲ ਕੀਤੀ, ਮੇਰਾ ਬੇਟਾ ਜ਼ੁਬਾਨ ਜਾਣਦਾ ਸਾਰੀ। ਕਹਿੰਦਾ ਉਹਨੇ ਦੱਸਿਆ ਕਿ ਇਸ ਤਰ੍ਹਾਂ ਮੈਨੂੰ ਕਤਲ ਦੇ ਕੇਸ 'ਚ ਫਸਾਇਆ ਨੇ ਤੇ ਅਸੀਂ ਆਪਣਾ ਮਕਾਨ ਵੇਚ ਕੇ ਤੇ ਇੰਨੇ ਪੈਸੇ ਦੇ ਕੇ ਤਾਂ ਸਾਨੂੰ ਛੱਡਿਆ ਨੇ। ਕਹਿੰਦੇ ਅੱਛਾ ਇਹ ਗੱਲ ਆ। ਕਹਿੰਦਾ ਉਹਨਾਂ ਰਾਬਤਾ ਕੀਤਾ ਉਸੇ ਟਾਈਮ ਇਸਲਾਮਾਬਾਦ। ਉਹਨਾਂ ਫਿਰ ਜਿਹੜਾ ਇਲਾਕਾ ਸੀ ਸਾਡਾ, ਕਹਿੰਦੇ ਉਹਦੇ 'ਚ ਰਾਬਤਾ ਕੀਤੇ। ਉਹਨਾਂ ਆਖਿਆ ਫਟਾਫਟ ਸਾਨੂੰ ਤਫਤੀਸ਼ ਕਰਕੇ ਦੱਸੋ ਕਿ ਮਸਲਾ ਕੀ ਸੀ।
ਕਹਿੰਦਾ ਉਹਨਾਂ ਫਿਰ ਦੂਜੇ ਅਫਸਰ ਟੋਰੇ, ਉਹਨਾਂ ਆ ਕੇ ਇਨਕੁਆਇਰੀ ਕੀਤੀ। ਕਹਿੰਦੇ ਇਨਕੁਆਇਰੀ ਕੀਤੀ, ਜਿਹੜੇ ਕਹਿੰਦੇ ਮੇਰਾ ਵੱਡਾ ਭਰਾ ਸੀ ਨਾ ਜਿਨ੍ਹਾਂ ਦਾ ਬੰਦਾ ਕਤਲ ਹੋਇਆ ਸੀ, ਉਹਨਾਂ ਨੇ ਇਹਦਾ ਯਾਰ ਨੂੰ ਮਾਰ ਕੇ ਫਸਾਇਆ ਸੀ। ਇਹ ਨਿਕਲ ਆਏ ਸੀ, ਜਿੰਨੀ ਦੇਰ ਉਹ ਪਹੁੰਚਦਾ ਤੇ ਉਹਨਾਂ ਪਿੱਛੋਂ ਉਹਨੂੰ ਮਾਰ ਕੇ ਤੇ ਵਾਰਦਾਤ ਇਹਨਾਂ ਤੇ ਪਾ ਦਿੱਤੀ ਵੀ ਇਹਨਾਂ ਮਾਰਿਆ। ਤੇ ਇਸ ਵਜ੍ਹਾ ਇਹ ਮਸਲਾ ਬਣਿਆ। ਉਹਨੇ ਆਖਿਆ ਹੋਰ ਨਹੀਂ ਤੇ ਇਹਨਾਂ ਕੋਲ ਪੈਸੇ ਹੀ ਕਢਾਓ। ਕਹਿੰਦੇ ਇਸ ਵਾਸਤੇ ਅੱਧੇ ਉਹ ਥਾਣੇਦਾਰ ਨੇ ਲਏ ਨੇ, ਅੱਧੇ ਇਹਨਾਂ ਪੈਸੇ ਲਏ ਨੇ। ਕਹਿੰਦਾ ਅੱਛਾ ਇਹ ਗੱਲ। ਫਿਰ ਉਹਨਾਂ ਨੇ ਫੜ ਕੇ ਉਸ ਮੁੰਡੇ ਨੂੰ ਢੂੰਡ ਕੇ ਫੜ ਕੇ ਉਹਨਾਂ ਅੰਦਰ ਕੀਤਾ ਉਹਨੂੰ ਫਿਰ ਕਤਲ ਦੇ ਕੇਸ 'ਚ। ਕਹਿੰਦੇ ਸਾਡਾ ਪੁੱਤਰ ਤੇ ਐਵੇਂ ਫਸ ਗਿਆ ਉੱਥੇ। ਇਸ ਵਾਸਤੇ ਕਈ ਵਾਰੀ ਜਿਹੜੀਆਂ ਨੇ ਵੱਡਿਆਂ ਦੀ ਜਿਹੜੀਆਂ ਮੁਸੀਬਤਾਂ ਨੇ ਨਾ, ਉਹ ਨਿੱਕਿਆਂ ਦੇ ਗੱਲ ਪੈ ਜਾਂਦੀਆਂ ਨੇ। ਕਹਿੰਦੇ ਹਾਲਾਂਕਿ ਮੈਂ ਵੱਡੇ ਭਰਾ ਕੋਲ ਕਿੰਨੀ ਵਾਰ ਪੁੱਛਿਆ ਕਿ ਤੂੰ ਐਸੇ ਕਤਲ 'ਚ ਮੁਲਵਸ, ਕਹਿੰਦਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦਾ ਉਹ ਹੀ ਕੇਸ ਅੱਜ ਮੇਰੇ ਮੁੰਡੇ ਨਾਲ ਹੋ ਗਿਆ। ਕਹਿੰਦਾ ਮੇਰਾ ਤਾਂ ਮੁੰਡਾ ਬੜਾ ਲਾਡਲਾ ਤੇ ਬੜਾ ਭੋਲਾ ਸੀ। ਕਹਿੰਦਾ ਮੈਂ ਤਾਂ ਫਿਰ ਉੱਥੋਂ ਉਹਨਾਂ ਪੈਸੇ ਵਾਪਸ ਲੈ ਕੇ ਦਿੱਤੇ ਸਾਨੂੰ, ਲੈ ਕੇ ਤੇ ਕਹਿੰਦੇ ਮੈਂ ਤਾਂ ਟਿਕਟ ਕਰਾਈ। ਮੈਂ ਕਿਹਾ ਬੇਟਾ ਅੱਗੂ ਤੇਰੀ ਮਰਜ਼ੀ, ਤੂੰ ਜਾਣਾ ਆ ਤੇ ਪਾਕਿਸਤਾਨ ਜਾਈ, ਮੈਂ ਤੇਰੇ ਤੇ ਜ਼ਬਰਦਸਤੀ ਨਹੀਂ ਕਰਨ ਲਈ। ਤੇ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ। ਇਨਸਾਨ ਨਾ ਵੀ ਚਾਹੇ ਤੇ ਫਸ ਸਕਦਾ ਹੈ। ਤੇ ਲੇਕਿਨ ਇਹ ਹੈ ਕਿ ਬੱਚੇ ਹਰ ਬੰਦੇ ਨੂੰ ਅਜ਼ੀਜ਼ ਹੁੰਦੇ ਨੇ। ਗੱਲ ਅਗਰ ਮੇਰੀ ਅੱਛੀ ਲੱਗੇ ਤੇ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ। ਤੇ ਦਿਲ ਬਹੁਤ ਖੁਸ਼ ਹੁੰਦਾ ਕਿ ਮੇਰੇ ਭਾਈ ਮੈਨੂੰ ਸਬਸਕ੍ਰਾਈਬ ਕਰਦੇ ਨੇ, ਕਿਉਂਕਿ ਸਬਸਕ੍ਰਾਈਬ ਜਿਹੜਾ ਨਾ ਉਹਦੇ ਨਾਲ ਹੌਸਲਾ ਵੱਧਦਾ, ਮੋਰ એનર્ਜੀ ਆਉਂਦੀ ਹੈ ਕਿ ਅਸੀਂ ਵੀਡੀਓ ਜਿਹੜੀ ਹੈ ਉਹ ਬਣਾਉਣੀ ਹੈ। ਤੁਸੀਂ ਵੀਡੀਓ ਦੇਖਦੇ ਹੋ ਤੇ ਪਲੀਜ਼ ਸਬਸਕ੍ਰਾਈਬ ਕਰਿਆ ਕਰੋ, ਕਿਉਂਕਿ ਨਵੇਂ ਬੰਦਿਆਂ ਨੂੰ ਤੁਹਾਡੀ ਲੋੜ ਹੁੰਦੀ ਹੈ। ਉਂਝ ਅਸੀਂ ਕਿੱਥੋਂ ਇਹ ਵੀਡੀਓ ਚਲਾ ਸਕਦੇ ਹਾਂ। ਜਿਹੜੇ ਵੱਡੇ ਵੱਡੇ ਯੂਟਿਊਬਰ ਨੇ ਉਹ ਕਿਸ ਤਰ੍ਹਾਂ ਬਣੇ ਨੇ? ਤੁਹਾਡੀ ਮਦਦ ਨਾਲ। ਤੇ ਸਾਡੀ ਵੀ ਮਦਦ ਕਰੋ। ਅੱਲਾ ਤੁਹਾਡਾ ਹਾਮੀ ਨਾਸਰ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆ 'ਚ ਯਾਦ ਰੱਖਿਓ। ਅੱਲਾ ਹਾਫਿਜ਼।